ਪਿਆਰੇ ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਸੋ ਪਿਆਰੇ ਦੋਸਤੋ, ਆਪਾਂ ਸੁਣ ਰਹੇ ਹਾਂ ਮੇਰਾ ਲਿਖਿਆ ਹੋਇਆ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰ। ਹੁਣ ਤੱਕ ਅਸੀਂ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰ ਦੇ 3 ਪਾਰਟ ਸੁਣੇ ਹਨ। ਅੱਜ ਆਪਾਂ ਇੰਨਾ ਨਾ ਰਵਾਇਆ ਕਰ ਨਾਵਲ ਦਾ ਚੌਥਾ ਭਾਗ ਸੁਣਨ ਜਾ ਰਹੇ ਹਾਂ। ਸੋ ਆਓ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਦਾ ਚੌਥਾ ਭਾਗ ਸੁਣੀਏ। ਸਾਵਣ, ਭਾਦੋਂ, ਅੱਸੂ ਤੇ ਕੱਤਕ, ਜਾਂ ਅੰਗਰੇਜ਼ੀ ਹਿਸਾਬ ਦੇ ਨਾਲ ਕਹਿ ਲਓ ਜੂਨ, ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ। ਸਿਆਣੇ ਕਹਿੰਦੇ ਹਨ ਕਿ ਇਹ 4 ਮਹੀਨੇ ਪ੍ਰਕਿਰਤੀ ਵਿੱਚ ਵਾਧਾ ਕਰਨ ਵਾਲੇ ਹੁੰਦੇ ਹਨ। ਇਹਨਾਂ ਵਿੱਚ ਕੁਦਰਤ ਤੇ ਪ੍ਰਕਿਰਤੀ ਬਹੁਤ ਵੱਧਦੀ ਫੁੱਲਦੀ ਹੈ। ਜਿਵੇਂ ਅਪ੍ਰੈਲ, ਮਈ, ਜੂਨ, ਜੁਲਾਈ ਦੀ ਕੜਕ ਗਰਮੀ ਨਾਲ ਧਰਤੀ ਸੜ ਬਲ ਜਾਂਦੀ ਹੈ ਅਤੇ ਅਗਸਤ, ਸਤੰਬਰ, ਅਕਤੂਬਰ, ਨਵੰਬਰ ਦੇ ਵਿੱਚ ਮੀਂਹ ਪੈਣ ਦੇ ਨਾਲ ਧਰਤੀ ਠੰਡੀ ਤੇ ਸ਼ਾਂਤ ਹੋ ਜਾਂਦੀ ਹੈ। ਫਿਰ ਇਸ ਵਿੱਚੋਂ ਹਰਾ ਹਰਾ ਘਾਹ ਪੈਦਾ ਹੁੰਦਾ ਹੈ। ਦਰਖਤ ਫਿਰ ਤੋਂ ਹਰੇ ਭਰੇ ਹੋ ਜਾਂਦੇ ਹਨ। ਬਾਗਾਂ ਅਤੇ ਜੰਗਲਾਂ ਵਿੱਚ ਕਈ ਤਰ੍ਹਾਂ ਦੇ ਫੁੱਲ ਪੌਦੇ ਉੱਗਦੇ ਹਨ। ਕਈ ਫਲ ਲੱਗਦੇ ਹਨ ਅਤੇ ਕਈ ਤਰ੍ਹਾਂ ਦੀਆਂ ਵੇਲਾਂ ਨੂੰ ਸਬਜ਼ੀਆਂ ਲੱਗਦੀਆਂ ਹਨ। ਭਿੰਡੀ, ਕਰੇਲਾ, ਸ਼ਿਮਲਾ ਮਿਰਚ, ਬੈਂਗਣ ਤੇ ਹਰੀਆਂ ਮਿਰਚਾਂ ਮਸ਼ਹੂਰ ਹੋ ਜਾਂਦੀਆਂ ਗਰਮੀਆਂ ਵਿੱਚ। ਪਸ਼ੂਆਂ ਨੂੰ ਸੂਆ ਪੈ ਜਾਂਦਾ, ਮਤਲਬ ਗਾਈਆਂ ਮੱਝੀਆਂ ਬੱਚੇ ਦਿੰਦੀਆਂ ਹਨ ਤੇ ਲੋਕਾਂ ਦੇ ਘਰਾਂ ਵਿੱਚ ਦੁੱਧ ਦੀਆਂ ਲਹਿਰਾਂ ਬਹਿਰਾਂ ਹੋ ਜਾਂਦੀਆਂ। ਗਰਮੀਆਂ ਵਿੱਚ ਕਿਸਾਨ ਚਾਹ ਤੇ ਲੱਸੀ ਪੀਣ ਨੂੰ ਤਰਸ ਜਾਂਦਾ ਹੈ, ਪਰ ਇਸ ਰੁੱਤ ਦੇ ਆਉਂਦਿਆਂ ਹੀ ਕਿਸਾਨ ਦੁੱਧ ਦੀਆਂ ਨਦੀਆਂ ਵਿੱਚ ਤਾਰੀਆਂ ਲਾਉਣ ਲੱਗ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਇਨਸਾਨੀ ਬੱਚੇ ਵੀ ਬਹੁਤ ਪੈਦਾ ਹੁੰਦੇ ਹਨ। ਜਿਨ੍ਹਾਂ ਕੁੜੀਆਂ ਮੁੰਡਿਆਂ ਦੇ ਵਿਆਹ ਮਾਘ, ਫੱਗਣ ਤੇ ਚੇਤਰ ਵਿੱਚ ਹੁੰਦੇ ਹਨ, ਯਾਨੀ ਜਨਵਰੀ, ਫਰਵਰੀ ਤੇ ਮਾਰਚ ਵਿੱਚ ਹੁੰਦੇ ਹਨ, ਰੱਬ ਦੀ ਮਿਹਰ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਅੱਸੂ, ਕੱਤਕ, ਮੱਘਰ ਤੇ ਪੋਹ ਵਿੱਚ, ਯਾਨੀ ਅਗਸਤ, ਸਤੰਬਰ, ਅਕਤੂਬਰ ਤੇ ਨਵੰਬਰ ਵਿੱਚ, ਇਹਨਾਂ ਮਹੀਨਿਆਂ ਵਿੱਚ ਨਵ ਜੰਮੇ ਬੱਚਿਆਂ ਦੀਆਂ ਕਿਲਕਾਰੀਆਂ ਲੋਕਾਂ ਦੇ ਕੰਨਾਂ ਵਿੱਚ ਸੁਣਨ ਲੱਗ ਜਾਂਦੀਆਂ ਹਨ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਮਹੀਨੇ ਹਨ, ਅੱਸੂ, ਕੱਤਕ, ਮੱਘਰ, ਯਾਨੀ ਕਿ ਆਪਾਂ ਕਹਿ ਲਈਏ ਅਗਸਤ, ਸਤੰਬਰ, ਅਕਤੂਬਰ, ਨਵੰਬਰ ਦੇ ਮਹੀਨਿਆਂ ਵਿੱਚ ਬਹੁਤ ਸਾਰੇ ਨਵਜੰਮੇ ਬੱਚੇ ਪੈਦਾ ਹੁੰਦੇ ਹਨ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਜਾਂਦੀ ਹੈ। ਇਹਨਾਂ 4 ਮਹੀਨਿਆਂ ਵਿੱਚ ਕੁਦਰਤ 4 ਛਪੇਰੇ ਪਸਰਦੀ ਹੈ ਅਤੇ ਪ੍ਰਕਿਰਤੀ ਨਵੇਂ ਜੀਵਾਂ ਨੂੰ ਦੁਨੀਆ ਉੱਤੇ ਲੈ ਕੇ ਆਉਂਦੀ ਹੈ। ਇਸ ਦੇ ਪਿੱਛੇ ਵੀ ਪੁਰਾਣਾਂ ਦੀ ਇੱਕ ਕਥਾ ਹੈ। ਜਦੋਂ ਰਾਜੇ ਬਲ ਨੂੰ ਭਗਵਾਨ ਵਿਸ਼ਨੂੰ ਨੇ ਛਲ ਕਪਟ ਕਰਕੇ ਪੈਰ ਦੇ ਜ਼ੋਰ ਨਾਲ ਪਤਾਲ ਲੋਕ ਵਿੱਚ ਧੱਕ ਦਿੱਤਾ ਸੀ, ਤਾਂ ਰਾਜੇ ਬਲ ਨੇ ਭਗਵਾਨ ਦਾ ਪੈਰ ਫੜ ਲਿਆ ਸੀ ਅਤੇ ਆਖਿਆ ਸੀ, ਹੇ ਪ੍ਰਭੂ, ਹੁਣ ਤੁਸੀਂ ਕਿੱਥੇ ਚੱਲੇ ਹੋ? ਹੁਣ ਤੁਹਾਨੂੰ ਵੀ ਇੱਥੇ ਹੀ ਰਹਿਣਾ ਪਵੇਗਾ, ਕਿਉਂਕਿ ਤੁਸੀਂ ਦਾਨ ਲੈਣ ਤੋਂ ਪਹਿਲਾਂ ਮੇਰੇ ਨਾਲ ਮੇਰੇ ਦਰਵਾਜ਼ੇ ਅੱਗੇ ਰਹਿਣ ਦਾ ਵਚਨ ਕੀਤਾ ਸੀ। ਜਦੋਂ ਤੁਸੀਂ ਕਿਹਾ ਸੀ ਕਿ ਹੇ ਰਾਜਾ ਬਲ, ਤੂੰ ਬਲਵਾਨ ਵੀ ਹੈ ਤੇ ਬਹੁਤ ਵੱਡਾ ਦਾਨੀ ਵੀ ਹੈ, ਜੇ ਤੇਰੇ ਵੱਲੋਂ ਇਸ ਗਰੀਬ ਬ੍ਰਾਹਮਣ ਨੂੰ 2.5 ਪੈਰ ਧਰਤੀ ਮਿਲ ਜਾਏ ਤਾਂ ਇਹ ਛੋਟੇ ਜਿਹੇ ਕੱਦ ਦਾ ਬ੍ਰਾਹਮਣ
ਤੇਰੇ ਦਰਵਾਜ਼ੇ ਅੱਗੇ ਹੀ ਪਿਆ ਰਹੇਗਾ। ਮੇਰੇ ਛੋਟੇ ਜਿਹੇ ਸਰੀਰ ਨੂੰ ਰਹਿਣ ਵਾਸਤੇ 2.5 ਪੈਰ ਧਰਤੀ ਕਾਫੀ ਹੈ। ਹੇ ਪ੍ਰਭੂ, ਹੁਣ ਤੁਸੀਂ ਆਪਣੀ ਜ਼ੁਬਾਨ ਉੱਤੇ ਪੱਕੇ ਰਹੋ ਅਤੇ ਪਤਾਲ ਲੋਕ ਵਿੱਚ ਮੇਰੇ ਦਰਵਾਜ਼ੇ ਅੱਗੇ ਹੀ ਰਹੋ। ਮੈਨੂੰ ਰੋਜ਼ ਆਪ ਜੀ ਦੇ ਦਰਸ਼ਨ ਹੁੰਦੇ ਰਹਿਣਗੇ। ਕਹਿੰਦੇ ਹਨ ਕਿ ਉਹਨਾਂ ਬਚਨਾਂ ਦੇ ਬੱਝੇ ਭਗਵਾਨ ਦੇ 3 ਰੂਪ ਵਾਰੀ-ਵਾਰੀ ਨਾਲ ਰਾਜੇ ਬਲ ਦੇ ਦਰਵਾਜ਼ੇ ਅੱਗੇ ਰਹਿੰਦੇ ਹਨ। ਉਸ ਦਿਨ ਤੋਂ ਬਾਅਦ 4 ਮਹੀਨੇ ਸ਼ਿਵਜੀ ਦਰਬਾਨੀ ਕਰਦੇ ਹਨ ਰਾਜੇ ਬਲ ਦੀ, ਅਤੇ 4 ਮਹੀਨੇ ਬਰਮਾ ਰਾਜੇ ਬਲ ਦੀ ਦਰਬਾਨੀ ਕਰਦੇ ਹਨ, ਅਤੇ 4 ਮਹੀਨੇ ਵਿਸ਼ਨੂੰ ਜੀ ਰਾਜੇ ਬਲ ਦੀ ਦਰਬਾਨੀ ਕਰਦੇ ਹਨ। ਇਸ ਤਰ੍ਹਾਂ ਦੇ ਨਾਲ ਵਿਸ਼ਨੂੰ ਜੀ ਅਤੇ ਬਰਮਾ ਜੀ ਅਤੇ ਸ਼ਿਵਜੀ ਜੀ 4-4 ਮਹੀਨੇ ਰਾਜੇ ਬਲ ਦੇ ਦਰਵਾਜ਼ੇ ਅੱਗੇ ਖੜੇ ਰਹਿੰਦੇ ਹਨ ਵਾਰੀ ਨਾਲ। ਕਹਿੰਦੇ ਹਨ ਕਿ ਜਦੋਂ ਸ਼ਿਵਰਾਤਰੀ ਦੇ ਦਿਨਾਂ ਵਿੱਚ 4 ਮਹੀਨਿਆਂ ਬਾਅਦ ਸ਼ਿਵਜੀ ਪਤਾਲ ਲੋਕ ਤੋਂ ਬਾਹਰ ਆਉਂਦੇ ਹਨ, ਤਾਂ ਬਰਮਾ ਪਤਾਲ ਲੋਕ ਵਿੱਚ ਚਲੇ ਜਾਂਦੇ ਹਨ, ਅਤੇ ਫਿਰ ਜਦ ਬਰਮਾ 4 ਮਹੀਨਿਆਂ ਬਾਅਦ ਚੜ੍ਹਦੇ ਸਾਵਣ ਵਿੱਚ ਪਤਾਲ ਲੋਕ ਤੋਂ ਬਾਹਰ ਆਉਂਦੇ ਹਨ, ਤਾਂ ਧਰਤੀ ਉੱਤੇ ਨਵੇਂ ਜੀਵਾਂ ਦੀ ਪੈਦਾਇਸ਼ ਹੁੰਦੀ ਹੈ। ਕਿਉਂਕਿ ਬਰਮਾ ਜੀਵਾਂ ਦੀ ਘਾੜਤ ਘੜਨ ਵਾਲਾ ਹੈ, ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਸਾਡੇ ਦੇਖਦਿਆਂ ਹੀ ਜਿਵੇਂ ਇਹਨਾਂ ਦਿਨਾਂ ਵਿੱਚ ਕੁਦਰਤ ਦਾ ਪਸਾਰਾ ਹੁੰਦਾ ਹੈ, ਇਸ ਤੋਂ ਸਿੱਧ ਹੁੰਦਾ ਹੈ ਕਿ ਪੁਰਾਣਾਂ ਦਾ ਇਹ ਕਥਨ ਜਾਂ ਲੋਕਾਂ ਦੀ ਇਹ ਅਖਾਣ ਬਿਲਕੁਲ ਸੱਚੀ ਹੈ। ਸੋ ਆਓ ਆਪਾਂ ਹੁਣ ਲਾਲੀ ਦੇ ਜੀਵਨ ਦੀ ਗਾਥਾ ਸ਼ੁਰੂ ਕਰਦੇ ਹਾਂ। ਹਿੰਦੀ ਦਾ ਇੱਕ ਬਹੁਤ ਸੋਹਣਾ ਸੁੰਦਰ ਗਾਣਾ ਹੈ, ਬਚਪਨ ਕੀ ਮੁਹੱਬਤ ਕੋ ਦਿਲ ਸੇ ਨਾ ਭੁਲਾ ਦੇਨਾ, ਜਬ ਯਾਦ ਮੇਰੀ ਆਏ ਮਿਲਨੇ ਕੀ ਦੁਆ ਕਰਨਾ। ਬਹੁਤ ਸੋਹਣਾ ਗਾਣਾ ਹੈ, ਇਸ ਦੀਆਂ ਲਾਈਨਾਂ ਬੜੀਆਂ ਹੀ ਸੋਹਣੀਆਂ। ਬੈਜੂ ਬਾਬਰਾ ਦੇ ਵਿੱਚ ਮੀਨਾ ਕੁਮਾਰੀ ਨੇ ਗਾਇਆ ਸੀ ਗਾਣਾ। बचपन की मोहब्बत को दिल से ना भुला देना, जब याद मेरी आए मिलने की दुआ करना। ਸਰਦੀਆਂ ਸ਼ੁਰੂ ਹੋ ਗਈਆਂ ਸਨ ਤੇ ਬਚਪਨ ਨੇ ਅਤੇ ਬੱਚਿਆਂ ਨੇ ਅਗਲੇ ਇਮਤਿਹਾਨਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਬੱਚੇ ਚੰਗੇ ਟੀਚਰ ਲੱਭ ਕੇ ਟਿਊਸ਼ਨਾਂ ਰੱਖ ਰਹੇ ਸਨ ਅਤੇ ਇੱਕ ਦੂਜੇ ਤੋਂ ਵੱਧ ਕੇ ਨੰਬਰ ਲੈਣ ਦੀ ਦੌੜ ਵਿੱਚ ਚੱਲ ਰਹੀ ਸੀ। ਇਸ ਵਾਰ ਲਾਲੀ ਵੀ ਪਹਿਲੇ ਨੰਬਰ ਉੱਤੇ ਆਉਣ ਵਾਸਤੇ ਰਾਤਾਂ ਨੂੰ ਜਾਗ ਕੇ ਪੜ੍ਹਦੀ ਸੀ। ਇੱਕ ਦਿਨ ਲਾਲੀ ਨੂੰ ਉਸਦੀ ਛੋਟੀ ਮਾਮੀ ਨੇ ਦੱਸਿਆ ਕਿ ਲਾਲੀ, ਤੂੰ ਚੰਗੀ ਤਰ੍ਹਾਂ ਪੜ੍ਹ ਕੇ ਚੰਗੇ ਨੰਬਰ ਲੈ ਲਾ। ਤੇਰੇ ਪਾਪਾ ਕਹਿੰਦੇ ਸੀ ਕਿ ਫਿਰ ਤੈਨੂੰ 6ਵੀਂ ਕਲਾਸ ਵਿੱਚ ਸੰਗਰਗੇ ਹੀ ਪੜ੍ਹਨ ਲਾ ਦੇਣਾ। ਇੱਥੋਂ ਚੰਗੇ ਨੰਬਰ ਲੈ ਕੇ ਜਾਏਂਗੀ ਤਾਂ ਉੱਥੇ ਕਿਸੇ ਵੀ ਹਾਈ ਸਕੂਲ ਵਿੱਚ ਤੇਰੀ ਐਡਮਿਸ਼ਨ ਹੋ ਜਾਏਗੀ, ਤੈਨੂੰ ਐਡਮਿਸ਼ਨ ਮਿਲ ਜਾਏਗੀ। ਮਾਮੀ ਕੋਲੋਂ ਇਹ ਗੱਲ ਸੁਣ ਕੇ ਲਾਲੀ ਦੇ ਕੰਨ ਛਾਂ ਕਰਨ ਲੱਗ ਪਏ। ਉਸ ਦੇ ਦਿਮਾਗ ਨੂੰ ਚੱਕਰ ਜਿਹੇ ਆਉਣ ਲੱਗ ਪਏ। ਉਂਝ ਇਹ ਗੱਲ ਤਾਂ ਖੁਸ਼ੀ ਵਾਲੀ ਸੀ ਕਿ ਉਹ ਮਾਂ-ਬਾਪ ਕੋਲੇ ਚਲੀ ਜਾਏਗੀ। ਉਸਨੂੰ ਇੱਥੇ ਆਇਆ 7 ਸਾਲ ਹੋ ਗਏ ਸਨ, ਪਰ ਇਸ ਵੇਲੇ ਤਾਂ ਲਾਲੀ ਨੂੰ ਇਉਂ ਲੱਗਿਆ ਜਿਵੇਂ ਕਿਸੇ ਨੇ ਉਸਦੇ ਹੱਥ ਵਿੱਚੋਂ ਰੋਟੀ ਖੋਹ ਲਈ ਹੋਵੇ, ਜਿਵੇਂ ਤਲਾਅ ਦੇ ਪਾਣੀ ਵਿੱਚ ਤਾਰੀਆਂ ਲਾਉਂਦੀ ਮੱਛੀ ਨੂੰ ਫੜ ਕੇ ਘੜੇ ਵਾਲੇ ਪਾਣੀ ਵਿੱਚ ਪਾ ਦਿੱਤਾ ਹੋਵੇ। ਉਹ ਬਹੁਤ ਉਦਾਸ ਜੀ ਹੋ ਗਈ। ਉਸ ਦਾ ਚੰਗੇ ਨੰਬਰ ਲੈਣ ਵਾਲਾ ਚਾਅ ਠੰਡਾ ਪੈ ਗਿਆ।
ਉਹ ਸਕੂਲ ਵਿੱਚ ਆ ਕੇ ਕਲਾਸ ਅੰਦਰ ਬੈਠ ਤਾਂ ਗਈ ਸੀ, ਪਰ ਉਸ ਦਾ ਦਿਲ ਕਰਦਾ ਸੀ ਕਿ ਉਹ ਕਲਾਸ ਵਿੱਚੋਂ ਭੱਜ ਜਾਏ ਤੇ ਮਨਿੰਦਰ ਨੂੰ ਜਾ ਕੇ ਸਾਰੀ ਗੱਲ ਦੱਸ ਦੇਵੇ ਜਾਂ ਉਸ ਦੇ ਕੋਲ ਜਾ ਕੇ ਬੈਠ ਜਾਏ। ਲੰਚ ਵੇਲੇ ਲਾਲੀ ਬਹੁਤ ਉਦਾਸ ਸੀ ਤੇ ਚੁੱਪ ਸੀ। ਮਨਿੰਦਰ ਨੇ ਪੁੱਛਿਆ, ਲਾਲੀ ਕੀ ਹੋਇਆ? ਤਾਂ ਅੱਗੋਂ ਲਾਲੀ ਨੇ ਅੱਖਾਂ ਵਿੱਚੋਂ ਹੰਝੂ ਵਗਾਉਂਦਿਆਂ ਦੱਸਿਆ ਕਿ ਉਸਦੇ ਪਾਪਾ ਕਹਿੰਦੇ ਹਨ ਕਿ ਮੈਂ 5ਵੀਂ ਤੋਂ ਬਾਅਦ ਸੰਗਰੀਏ ਪੜ੍ਹਨ ਲੱਗ ਜਾਣਾ ਹੈ। ਜਦੋਂ ਮਨਿੰਦਰ ਨੇ ਇਹ ਗੱਲ ਸੁਣੀ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ ਅਤੇ ਉਸ ਦੀ ਜੀਭ ਤਾਲੂ ਨਾਲ ਲੱਗ ਗਈ। ਉਹ ਦੋਵੇਂ ਕਿੰਨਾ ਚਿਰ ਹੀ ਹੱਥ ਵਾਲਾ ਖਾਣਾ ਛੱਡ ਕੇ ਚੁੱਪ ਕਰਕੇ ਬੈਠੇ ਰਹੇ। ਆਖਰ ਲਾਲੀ ਨੇ ਮਨਿੰਦਰ ਨੂੰ ਮੋਢੇ ਤੋਂ ਹਿਲਾ ਕੇ ਕਿਹਾ, ਮਨਿੰਦਰ ਰੋਟੀ ਖਾ ਲੈ, ਫਿਰ ਕਲਾਸ ਦਾ ਟਾਈਮ ਹੋ ਜਾਣਾ ਹੈ। ਲਾਲੀ ਦੀ ਆਵਾਜ਼ ਸੁਣ ਕੇ ਮਨਿੰਦਰ ਇਉਂ ਤਰਬਕਿਆ ਜਿਵੇਂ ਕਿਸੇ ਨੇ ਨੀਂਦ ਵਿੱਚੋਂ ਜਗਾਇਆ ਹੋਵੇ। ਉਸਨੇ ਲਾਲੀ ਨੂੰ ਵੀ ਆਖਿਆ ਕਿ ਤੂੰ ਵੀ ਰੋਟੀ ਖਾ ਲੈ। ਉਹ ਰੋਟੀ ਤਾਂ ਖਾ ਰਹੇ ਸਨ, ਪਰ ਰੋਟੀ ਦੀਆਂ ਬੁਰਕੀਆਂ ਉਹਨਾਂ ਦੇ ਸੰਗ ਵਿੱਚ ਫੁੱਲੀ ਜਾਂਦੀਆਂ ਸਨ। ਉਹਨਾਂ ਦੀਆਂ ਅੱਖਾਂ ਅੱਗੇ ਲੱਖਾਂ ਹੀ ਸੀਨ ਘੁੰਮ ਰਹੇ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਵੇਂ ਉੜਦੇ ਹੋਏ ਪੰਛੀਆਂ ਉੱਤੇ ਬਾਜ ਨੇ ਝਪਟ ਮਾਰ ਲਈ ਹੋਵੇ ਅਤੇ ਦੋਵਾਂ ਨੂੰ ਆਪਣੇ ਖੂਨੀ ਪੰਜਾਂ ਨਾਲ ਜ਼ਖਮੀ ਕਰਕੇ ਸੁੱਟ ਗਿਆ ਹੋਵੇ। ਜਿਵੇਂ ਕਿਸੇ ਸਯਾਦ ਨੇ ਮੈਨਾ ਨੂੰ ਫੜ ਕੇ ਪਿੰਜਰੇ ਵਿੱਚ ਪਾ ਲਿਆ ਹੋਵੇ ਤੇ ਤੋਤਾ ਟਾਹਣੀ ਉੱਤੇ ਬੈਠਾ ਕੁਰਲਾ ਰਿਹਾ ਹੋਵੇ। ਕਿਸੇ ਦੀ ਆਵਾਜ਼ ਨੇ ਆ ਕੇ ਉਹਨਾਂ ਦੇ ਖਿਆਲਾਂ ਨੂੰ ਤੋੜ ਦਿੱਤਾ ਸੀ। ਇਹ ਆਵਾਜ਼ ਜੱਸੀ ਦੀ ਸੀ। ਉਸਨੇ ਕਿਹਾ, ਸਾਰੇ ਜਣੇ ਆਪਣੀਆਂ ਕਲਾਸਾਂ ਵਿੱਚ ਜਾ ਰਹੇ ਹਨ ਤੇ ਤੁਸੀਂ ਚੁੱਪ ਕਿਉਂ ਬੈਠੇ ਹੋ? ਕੁਝ ਨਹੀਂ ਕਹਿ ਕੇ ਲਾਲੀ ਨੇ ਜੱਸੀ ਦਾ ਹੱਥ ਫੜ ਲਿਆ ਤੇ ਚੁੱਪ ਕਰਕੇ ਕਲਾਸ ਵੱਲ ਚਲੀ ਗਈ। ਮਨਿੰਦਰ ਜੱਸੀ ਦੇ ਨਾਲ ਕਲਾਸ ਵੱਲ ਚਲਿਆ ਗਿਆ। ਮਨਿੰਦਰ ਜੱਸੀ ਦੇ ਨਾਲ ਕਲਾਸ ਵੱਲ ਚੱਲ ਪਿਆ ਅਤੇ ਰਸਤੇ ਵਿੱਚ ਉਸਨੇ ਜੱਸੀ ਨੂੰ ਦੱਸਿਆ ਕਿ ਅਗਲੇ ਸਾਲ ਲਾਲੀ ਆਪਣੇ ਘਰ ਪੜ੍ਹਨ ਜਾ ਰਹੀ ਹੈ। ਇਹ ਸੁਣ ਕੇ ਜੱਸੀ ਵੀ ਇੱਕ ਵਾਰ ਹੈਰਾਨ ਜੀ ਹੋਈ, ਪਰ ਫਿਰ ਉਸਨੇ ਮਨਿੰਦਰ ਨੂੰ ਕਿਹਾ ਕਿ ਕੋਈ ਨਾ, ਤੂੰ ਹੌਸਲਾ ਰੱਖ, ਇੱਕ ਦਿਨ ਤਾਂ ਉਸਨੇ ਆਪਣੇ ਘਰੇ ਜਾਣਾ ਹੀ ਸੀ। ਦੂਸਰੇ ਦਿਨ ਅੱਧੀ ਛੁੱਟੀ ਵੇਲੇ ਤਿੰਨੇ ਜਣੇ ਕਿੰਨਾ ਚਿਰ ਹੀ ਗੱਲਾਂ ਕਰਦੇ ਰਹੇ। ਉਹਨਾਂ ਨੇ ਸੋਚਿਆ ਕਿ ਹੁਣ ਆਪਾਂ ਨੂੰ ਇਮਤਿਹਾਨਾਂ ਵੱਲ ਧਿਆਨ ਦੇਣਾ ਚਾਹੀਦਾ। ਇਸ ਤਰ੍ਹਾਂ ਉਹ ਰੋਜ਼ ਮਿਲਦੇ ਸੀ, ਖੇਡਦੇ ਸੀ, ਪਰ ਵਿਛੜ ਵਾਲੇ ਦਿਨ ਨੂੰ ਯਾਦ ਕਰਕੇ ਉਹਨਾਂ ਦੇ ਦਿਲਾਂ ਵਿੱਚ ਹੌਲ ਜਿਹਾ ਪੈਣ ਲੱਗ ਜਾਂਦਾ ਸੀ ਅਤੇ ਹੱਸਦੇ ਹੱਸਦੇ ਇੱਕਦਮ ਚੁੱਪ ਹੋ ਜਾਂਦੇ ਸਨ। ਇੱਕ ਵਾਰ ਉਹਨਾਂ ਨੇ ਛੁੱਟੀ ਵਾਲੇ ਦਿਨ ਗੋਲ ਬਾਜ਼ਾਰ ਵਿੱਚ ਬੈਠ ਕੇ ਸਮੋਸੇ ਤੇ ਰਸਗੁੱਲਿਆਂ ਨਾਲ ਚਾਹ ਪੀਤੀ ਸੀ। ਉਸ ਦਿਨ ਲਾਲੀ ਜੱਸੀ ਨਾਲ ਆਈ ਸੀ ਅਤੇ ਮਨਿੰਦਰ ਪਿੰਡੋਂ ਆ ਗਿਆ ਸੀ। ਕਈ ਦਿਨਾਂ ਬਾਅਦ ਇਮਤਿਹਾਨ ਸ਼ੁਰੂ ਹੋ ਗਏ ਸਨ ਅਤੇ ਜਿਵੇਂ ਜਿਵੇਂ ਇਮਤਿਹਾਨ ਖਤਮ ਹੋਣ ਦੇ ਦਿਨ ਨੇੜੇ ਆਉਂਦੇ ਜਾਂਦੇ ਸਨ ਤਾਂ ਉਵੇਂ ਲਾਲੀ ਤੇ ਮਨਿੰਦਰ ਦੀ ਬੇਵਸੀ ਵਾਲੀ ਤੜਪ ਵੱਧਦੀ ਜਾਂਦੀ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਮਤਿਹਾਨ ਖਤਮ ਹੁੰਦਿਆਂ ਹੀ ਲਾਲੀ ਆਪਣੇ ਘਰ ਚਲੀ ਜਾਏਗੀ ਅਤੇ ਫੇਰ ਪਤਾ ਨਹੀਂ
ਸਰਟੀਫਿਕੇਟ ਲੈਣ ਵੇਲੇ ਉਹਨਾਂ ਦਾ ਮੇਲ ਹੋਵੇਗਾ ਜਾਂ ਨਾ ਹੋਵੇ। ਉਹ ਦੁਬਾਰਾ ਫਿਰ ਇੱਕ ਵਾਰ ਮਿਲਣਾ ਚਾਹੁੰਦੇ ਸਨ। ਕੁਦਰਤ ਰੱਬ ਦੀ ਐਤਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਜੱਸੀ ਦੇ ਮੰਮੀ ਡੈਡੀ ਨੇ ਜੱਸੀ ਦੇ ਨਾਨਕੀ ਸਿਰਸੇ ਜਾਣਾ ਸੀ। ਬਹੁਤ ਹੀ ਜ਼ਰੂਰੀ ਕੰਮ ਸੀ ਅਤੇ ਜਾਏ ਬਿਨਾਂ ਸਰਦਾ ਨਹੀਂ ਸੀ। ਜੱਸੀ ਦੀ ਮੰਮੀ ਨੇ ਜੱਸੀ ਨੂੰ ਕਿਹਾ ਕਿ ਐਤਵਾਰ ਵਾਲੇ ਦਿਨ ਆਪਣੀ ਕਿਸੇ ਸਹੇਲੀ ਨੂੰ ਘਰੇ ਬੁਲਾ ਲਈ, ਅਸੀਂ 4-5 ਵਜੇ ਨੂੰ ਵਾਪਸ ਆ ਜਾਵਾਂਗੇ। ਜੱਸੀ ਨੇ ਕਿਹਾ ਠੀਕ ਆ ਮੰਮੀ, ਮੈਂ ਆਪਣੀ ਸਹੇਲੀ ਲਾਲੀ ਨੂੰ ਬੁਲਾ ਲਵਾਂਗੀ। ਉਸ ਦੀ ਮਾਂ ਨੇ ਕਿਹਾ ਠੀਕ ਹੈ। ਜੱਸੀ ਨੇ ਲਾਲੀ ਨੂੰ ਕਹਿ ਦਿੱਤਾ ਕਿ ਇਸ ਐਤਵਾਰ ਮੇਰੇ ਮੰਮੀ ਡੈਡੀ ਸਿਰਸੇ ਜਾ ਰਹੇ ਹਨ ਅਤੇ ਸ਼ਾਮਾਂ ਨੂੰ ਵਾਪਸ ਆਉਣਗੇ। ਇਸ ਦਿਨ ਤੂੰ ਦਿਨੇ ਦਿਨੇ ਮੇਰੇ ਕੋਲ ਰਹਿ ਪਵੀਂ। ਮੈਂ ਆਪਣੀ ਮੰਮੀ ਨੂੰ ਤੇਰੇ ਬਾਰੇ ਕਹਿ ਦਿੱਤਾ। ਇਹ ਸੁਣ ਕੇ ਲਾਲੀ ਨੂੰ ਖੁਸ਼ੀ ਚੜ੍ਹ ਗਈ ਅਤੇ ਉਸਨੇ ਜੱਸੀ ਨੂੰ ਕਿਹਾ ਆਪਾਂ ਉਸ ਦਿਨ ਮਨਿੰਦਰ ਨੂੰ ਵੀ ਬੁਲਾ ਲਈਏ। ਜੱਸੀ ਕਹਿੰਦੀ ਨਹੀਂ ਅੜੀਏ, ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਮੰਮੀ ਨੇ ਮੈਨੂੰ ਮਾਰ ਦੇਣਾ। ਇਹ ਸੁਣ ਕੇ ਲਾਲੀ ਉਦਾਸ ਜੀ ਹੋ ਗਈ। ਫਿਰ ਜੱਸੀ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ, ਕੁਝ ਸੋਚਦੇ ਆਂ। ਛੁੱਟੀ ਤੋਂ ਬਾਅਦ ਜੱਸੀ ਨੇ ਮਨਿੰਦਰ ਨੂੰ ਕਿਹਾ ਕਿ ਇਸ ਐਤਵਾਰ ਨੂੰ ਤੂੰ ਸਾਡੇ ਘਰ ਆ ਜਾਵੀਂ, ਆਪਾਂ ਉੱਥੇ ਬੈਠ ਕੇ ਪੜ੍ਹ ਲਵਾਂਗੇ, ਪਰ ਆਪਣੇ ਘਰੇ ਸਾਡੇ ਘਰ ਆਉਣ ਦਾ ਨਾ ਕਹਿ ਕੇ ਆਈ, ਕੁਝ ਹੋਰ ਕਹਿ ਦੇਵੀਂ। ਜੱਸੀ ਦਾ ਘਰ ਡੀਲਾਈਟ ਸਿਨੇਮੇ ਦੇ ਪਿਛਲੇ ਪਾਸੇ ਸੀ ਤੇ ਲਾਲੀ ਦਾ ਘਰ ਕਿੱਲਿਆਂ ਵਾਲੀ ਦੀ ਦਾਣਾ ਮੰਡੀ ਦੀ ਸੜਕ ਉੱਤੇ ਪੈਂਦਾ ਸੀ। ਜੋ ਸ਼ਹਿਰ ਤੋਂ ਬਾਹਰ ਖੁੱਲੀ ਥਾਂ ਉੱਤੇ ਬਣਿਆ ਹੋਇਆ ਸੀ। ਐਤਵਾਰ ਵਾਲੇ ਦਿਨ ਸਵੇਰੇ ਸਵੇਰੇ ਜੱਸੀ ਦਾ ਡੈਡੀ ਜੱਸੀ ਨੂੰ ਨਾਲ ਲੈ ਕੇ ਲਾਲੀ ਨੂੰ ਮੋਟਰਸਾਈਕਲ ਉੱਤੇ ਲੈ ਆਇਆ ਸੀ ਅਤੇ ਲਾਲੀ ਨੂੰ ਜੱਸੀ ਕੋਲ ਛੱਡ ਕੇ ਫਿਰ ਉਹਨਾਂ ਨੇ ਸਿਰਸੇ ਵਾਲੀ ਬੱਸ ਲੈ ਲਈ ਸੀ। ਇੰਨੇ ਬਹਾਨੇ ਨਾਲ ਜੱਸੀ ਦੇ ਡੈਡੀ ਤੇ ਲਾਲੀ ਦੇ ਮਾਮਿਆਂ ਦੀ ਜਾਣ ਪਛਾਣ ਹੋ ਗਈ ਸੀ। ਇੰਨੇ ਬਹਾਨੇ ਨਾਲ ਜੱਸੀ ਦੇ ਡੈਡੀ ਅਤੇ ਲਾਲੀ ਦੇ ਮਾਮਿਆਂ ਦੀ ਜਾਣ ਪਛਾਣ ਹੋ ਗਈ ਸੀ। 10-11 ਵਜੇ ਨੂੰ ਮਨਿੰਦਰ ਵੀ ਦੱਸੇ ਹੋਏ ਪਤੇ ਉੱਤੇ ਰਿਕਸ਼ਾ ਲੈ ਕੇ ਪਹੁੰਚ ਗਿਆ ਸੀ। ਉਹ ਆਪਣੇ ਘਰੇ ਆਪਣੇ ਕਿਸੇ ਦੋਸਤ ਕੋਲ ਬੈਠ ਕੇ ਪੜ੍ਹਨ ਦਾ ਬਹਾਨਾ ਲਾ ਕੇ ਆਇਆ ਸੀ। ਸਰਦੀਆਂ ਦੇ ਦਿਨ ਸੀ ਤੇ ਜ਼ੋਰਾਂ ਦੀ ਧੁੰਦ ਪੈ ਰਹੀ ਸੀ। ਗਰਮੀਆਂ ਦੀ ਦੁਪਹਿਰ ਵਾਂਗੂ ਕੋਰੇ ਪੈਂਦੀ ਠੰਡ ਵਿੱਚ ਤਕਰੀਬਨ ਗਲੀਆਂ ਖਾਲੀ ਹੀ ਪਈਆਂ ਹੁੰਦੀਆਂ ਹਨ। ਠੰਡ ਤੋਂ ਡਰਦਾ ਕੋਈ ਬਾਹਰ ਨਹੀਂ ਨਿਕਲ ਰਿਹਾ ਸੀ ਅਤੇ ਉਂਝ ਵੀ ਧੁੰਦ ਕਰਕੇ ਬੰਦਾ ਬਿਲਕੁਲ ਨੇੜੇ ਤੋਂ ਹੀ ਦਿਖਾਈ ਦਿੰਦਾ ਸੀ। ਜੱਸੀ ਤੇ ਲਾਲੀ ਮਨਿੰਦਰ ਦੀ ਉਡੀਕ ਕਰ ਰਹੀਆਂ ਸਨ। ਜੱਸੀ ਤੇ ਲਾਲੀ ਮਨਿੰਦਰ ਦੀ ਉਡੀਕ ਵਿੱਚ ਪਹਿਲਾਂ ਹੀ ਦਰਵਾਜ਼ੇ ਅੱਗੇ ਖੜੀਆਂ ਹੋਈਆਂ ਸਨ ਤੇ ਠੰਡ ਨਾਲ ਠਰੂ ਠਰੂ ਕਰੀ ਜਾਂਦੀਆਂ ਸਨ। ਉਹਨਾਂ ਨੂੰ ਡਰ ਸੀ ਕਿ ਉਹ ਐਵੇਂ ਹੀ ਕਿਸੇ ਦਾ ਹੋਰ ਦਾ ਦਰਵਾਜ਼ਾ ਨਾ ਖੜਕਾ ਦੇਵੇ। ਜਦੋਂ ਉਹਨਾਂ ਨੇ ਧੁੰਦ ਵਿੱਚੋਂ ਰਿਕਸ਼ੇ ਦੇ ਘੁੰਗਰੂਆਂ ਦੀ ਆਵਾਜ਼ ਸੁਣੀ ਤਾਂ ਉਹ ਗਲੀ ਵਿੱਚ ਹੋ ਕੇ ਖੜ ਗਈਆਂ। ਉਸ ਰਿਕਸ਼ੇ ਉੱਤੇ ਮਨਿੰਦਰ ਹੀ ਸੀ ਅਤੇ ਉਹਨਾਂ ਨੇ ਮਨਿੰਦਰ ਨੂੰ ਘਰ ਦੇ ਅੰਦਰ ਵਾੜ ਕੇ ਦਰਵਾਜ਼ਾ ਬੰਦ ਕਰ ਲਿਆ। ਅੱਜ ਲਾਲੀ ਨੇ ਪਹਿਲੀ ਵਾਰ ਮਨਿੰਦਰ ਨੂੰ ਨੇੜੇ ਤੋਂ ਦੇਖਿਆ ਸੀ। ਜੱਸੀ ਤੇ ਲਾਲੀ ਨੇ ਚਾਹ ਬਣਾਈ ਤੇ ਫਿਰ ਤਿੰਨਾਂ ਜਣਿਆਂ ਨੇ ਬੈਠ ਕੇ ਪੀਤੀ। ਮਨਿੰਦਰ ਨੂੰ ਦੇਖ ਕੇ ਲਾਲੀ ਦਾ ਦਿਲ ਧੱਕ ਧੱਕ ਕਰਦਾ ਸੀ। ਉਹਨਾਂ ਦੋਵਾਂ ਨੇ ਇੱਕੋ ਸੋਫੇ ਉੱਤੇ ਬੈਠ ਕੇ ਚਾਹ ਪੀਤੀ ਸੀ।
ਅੱਜ ਲਾਲੀ ਨੇ ਪਹਿਲੀ ਵਾਰ ਮਨਿੰਦਰ ਨੂੰ ਜੱਫੀ ਪਾਈ ਸੀ। ਮਨਿੰਦਰ ਦੇ ਹੱਥਾਂ ਦੀ ਛੋਹ ਨਾਲ ਉਸ ਦੇ ਸਰੀਰ ਵਿੱਚ ਝਰਨਾਹਟ ਜੀ ਉੱਠ ਗਈ ਅਤੇ ਉਹ ਡਰ ਤੇ ਸੰਗ ਦੇ ਨਾਲ ਇੱਕਦਮ ਪਿੱਛੇ ਹੋ ਕੇ ਬੈਠ ਗਈ। ਬਾਹਰ ਠੰਡ ਬਹੁਤ ਪੈਂਦੀ ਸੀ। ਚਾਹ ਪੀਣ ਤੋਂ ਬਾਅਦ ਜੱਸੀ, ਲਾਲੀ ਤੇ ਮਨਿੰਦਰ ਅੰਦਰ ਕਮਰੇ ਵਿੱਚ ਜਾ ਕੇ ਬੈੱਡ ਉੱਤੇ ਰਜਾਈ ਵਿੱਚ ਬੈਠ ਗਏ। ਤਿੰਨੇ ਜਣੇ ਰਜਾਈ ਵਿੱਚ ਬੈਠ ਕੇ ਹਾਸੇ ਮਜ਼ਾਕ ਵਾਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਲਾਲੀ ਨੇ ਗੱਲਾਂ ਵਿੱਚ ਹੀ ਮਨਿੰਦਰ ਦੀ ਬਾਂਹ ਉੱਤੇ ਆਪਣਾ ਸਿਰ ਰੱਖ ਦਿੱਤਾ ਸੀ ਅਤੇ ਜੱਸੀ ਨੇ ਲਾਲੀ ਨੂੰ ਪਿਛਲੇ ਪਾਸਿਓਂ ਜੱਫੀ ਪਾ ਲਈ ਸੀ। ਰਜਾਈ ਦੇ ਨਿੱਘ ਵਿੱਚ ਬੜਾ ਹੀ ਮਜ਼ਾ ਆ ਰਿਹਾ ਸੀ। ਫਿਰ ਉਹ ਲੂਡੋ ਗੇਮ ਖੇਡਣ ਲੱਗ ਗਏ ਸਨ, ਪਰ ਲਾਲੀ ਨੂੰ ਮਨਿੰਦਰ ਤੋਂ ਦੂਰ ਬੈਠਣਾ ਚੰਗਾ ਨਹੀਂ ਲੱਗਦਾ ਸੀ ਅਤੇ ਉਸਨੇ ਲੂਡੋ ਖੇਡਣਾ ਬੰਦ ਕਰ ਦਿੱਤਾ ਅਤੇ ਮਨਿੰਦਰ ਦੀ ਗੋਦੀ ਵਿੱਚ ਸਿਰ ਰੱਖ ਕੇ ਲੰਮੀ ਪੈ ਗਈ। ਜੱਸੀ ਤੇ ਮਨਿੰਦਰ ਕਾਫੀ ਦੇਰ ਤੱਕ ਖੇਡਦੇ ਰਹੇ ਅਤੇ ਫਿਰ ਜੱਸੀ ਨੇ ਰੋਟੀ ਗਰਮ ਕਰ ਲਈ ਜੋ ਉਸ ਦੀ ਮੰਮੀ ਜੱਸੀ ਤੇ ਲਾਲੀ ਵਾਸਤੇ ਬਣਾ ਕੇ ਰੱਖ ਗਈ ਸੀ। ਤਿੰਨਾਂ ਜਣਿਆਂ ਨੇ ਰਜਾਈ ਵਿੱਚ ਬੈਠ ਕੇ ਹੀ ਰੋਟੀ ਖਾ ਲਈ ਸੀ ਅਤੇ ਜੱਸੀ ਤੇ ਮਨਿੰਦਰ ਫਿਰ ਕੈਰਮ ਬੋਰਡ ਖੇਡਣ ਲੱਗ ਗਏ ਸਨ। ਪਰ ਲਾਲੀ ਨੂੰ ਤਾਂ ਅੱਜ ਮਸਤੀ ਜੀ ਚੜੀ ਹੋਈ ਸੀ। ਉਹ ਗੇਮ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਸੀ। ਉਹ ਤਾਂ ਆਪਣੇ ਪਿਆਰੇ ਦੇ ਬਹੁਤ ਨੇੜੇ ਹੋਣ ਦਾ ਲਾਹਾ ਲੈ ਰਹੀ ਸੀ। ਉਹ ਤਾਂ ਮਨਿੰਦਰ ਦੀ ਗੋਦ ਵਿੱਚ ਛੂਈ ਮੂਈ ਹੋਈ ਲੰਮੀ ਪਈ ਸੀ। ਦੁਪਹਿਰ ਦੇ 2 ਵੱਜ ਗਏ ਸੀ ਤਾਂ ਜੱਸੀ ਤੇ ਮਨਿੰਦਰ ਨੇ ਗੇਮ ਖੇਡਣੀ ਬੰਦ ਕਰ ਦਿੱਤੀ ਅਤੇ ਫਿਰ ਉਹ ਇੱਕੋ ਰਜਾਈ ਵਿੱਚ ਵੜ ਕੇ ਪੈ ਗਏ ਸੀ। ਹਾਸੀ ਮਜ਼ਾਕ ਕਰਦਿਆਂ ਬਹੁਤ ਹੀ ਸਮਾਂ ਹੋ ਗਿਆ ਸੀ। ਲਾਲੀ ਆਪਣੇ 14 ਸਾਲ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਹੱਸੀ ਸੀ। ਪਹਿਲੀ ਵਾਰ ਹੀ ਇੰਨਾ ਖੁਸ਼ ਹੋਈ ਸੀ। ਜੱਸੀ ਨੇ ਰਜਾਈ ਵਿੱਚੋਂ ਉੱਠ ਕੇ ਚਾਹ ਰੱਖ ਦਿੱਤੀ ਸੀ ਤੇ ਲਾਲੀ ਮਨਿੰਦਰ ਦੀ ਛਾਤੀ ਉੱਤੇ ਸਿਰ ਰੱਖ ਕੇ ਬੜੀ ਸ਼ਾਂਤੀ ਵਿੱਚ ਪਈ ਸੀ। ਨਾਲ ਉਹ ਮਨਿੰਦਰ ਦੇ ਸੋਹਣੇ ਮੁਖੜੇ ਉੱਤੇ ਪੋਲਾ ਹੱਥ ਫੇਰ ਰਹੀ ਸੀ। ਮਨਿੰਦਰ ਵੀ ਆਪਣੇ ਇੱਕ ਹੱਥ ਨਾਲ ਲਾਲੀ ਦੀ ਪਿੱਠ ਨੂੰ ਪਲੂਸ ਰਿਹਾ ਸੀ ਅਤੇ ਇੱਕ ਹੱਥ ਨਾਲ ਉਸ ਦੇ ਵਾਲਾਂ ਨੂੰ ਸਹਿਲਾ ਰਿਹਾ ਸੀ। ਜੱਸੀ ਨੇ ਰਸੋਈ ਵਿੱਚੋਂ ਮਜ਼ਾਕ ਜਿਹੇ ਨਾਲ ਆਵਾਜ਼ ਦਿੱਤੀ, ਅੱਜ ਚੰਗੀ ਤਰ੍ਹਾਂ ਮਿਲ ਲਵੋ, ਕੋਈ ਕਸਰ ਨਾ ਰਹਿ ਜਾਏ। ਲਾਲੀ ਨੇ ਅੱਗੋਂ ਮਸਤੀ ਜੀ ਵਿੱਚ ਜਵਾਬ ਦਿੱਤਾ ਸੀ, ਅਸੀਂ ਤਾਂ ਮਿਲ ਹੀ ਜਾਂਦੇ ਹਾਂ, ਤੂੰ ਧਿਆਨ ਨਾਲ ਚਾਹ ਬਣਾ ਲੈ। ਦੁਪਹਿਰੇ 2:30 ਵਜੇ ਆਲ ਇੰਡੀਆ ਰੇਡੀਓ ਤੋਂ ਫੌਜੀ ਭਾਈयों ਕੀ ਸਿਫਾਰਿਸ਼ ਪ੍ਰੋਗਰਾਮ ਆਉਂਦਾ ਹੈ। ਜੱਸੀ ਨੇ ਜਦੋਂ ਰੇਡੀਓ ਚਲਾਇਆ ਤਾਂ ਉਸ ਉੱਤੇ ਇਹ ਗਾਣਾ ਵੱਜ ਰਿਹਾ ਸੀ, बचपन के दिन ना भुला देना, आज हंसे कल रुला ना देना। बचपन के दिन भुला ना देना, आज हंसे कल रुला ना देना। ਇਹ ਗਾਣਾ ਸੁਣ ਕੇ ਲਾਲੀ ਦੇ ਦਿਲ ਵਿੱਚ ਚੀਸ ਜੀ ਪਈ ਅਤੇ ਉਸਨੇ ਮਨਿੰਦਰ ਦੇ ਮੂੰਹ ਨੂੰ ਆਪਣੇ ਹੱਥਾਂ ਵਿੱਚ ਫੜਿਆ ਤੇ ਫੜਦਿਆਂ ਹੋਇਆਂ ਮਨਿੰਦਰ ਨੂੰ ਪੁੱਛਿਆ, ਮਨਿੰਦਰ ਤੂੰ ਸਾਡੇ ਇਸ ਬਚਪਨ ਵਾਲੇ ਪਿਆਰ ਨੂੰ ਭੁਲਾ ਤਾਂ ਨਹੀਂ ਦੇਵੇਂਗਾ? ਮਨਿੰਦਰ ਨੇ ਕਿਹਾ, ਨਹੀਂ ਲਾਲੀ, ਮੈਂ ਤੈਨੂੰ ਹਮੇਸ਼ਾ ਯਾਦ ਰੱਖਾਂਗਾ, ਪਰ ਤੂੰ ਆਪਣੇ ਅਮੀਰ ਬਾਪ ਦੇ ਘਰ ਜਾ ਕੇ ਕਿਤੇ ਮੈਨੂੰ ਨਾ ਭੁੱਲ ਜਾਈਂ। ਲਾਲੀ ਨੇ ਕਿਹਾ, ਨਹੀਂ ਮਨਿੰਦਰ,
ਮੇਰਾ ਤਾਂ ਹੁਣ ਇਹ ਫੈਸਲਾ ਹੈ ਕਿ ਮੈਂ ਤਾਂ ਹੁਣ ਮਰਦੇ ਦਮ ਤੱਕ ਤੇਰੀ ਹੀ ਰਵਾਂਗੀ ਅਤੇ ਜੀਵਨ ਦੇ ਆਖਰੀ ਸਵਾਸ ਤੱਕ ਤੇਰਾ ਇੰਤਜ਼ਾਰ ਕਰਾਂਗੀ ਅਤੇ ਤੇਰੀ ਹੀ ਰਾਹ ਤੱਕਦੀ ਰਵਾਂਗੀ। ਪਰ ਦੇਖੀ ਕਿਤੇ ਤੂੰ ਇਹਨਾਂ ਅੱਖੀਆਂ ਨੂੰ ਹੰਝੂਆਂ ਵਿੱਚ ਨਾ ਡੁਬੋ ਦੇਵੀਂ, ਤੂੰ ਇਹਨਾਂ ਅੱਖੀਆਂ ਨੂੰ ਹੰਝੂਆਂ ਵਿੱਚ ਨਾ ਡੁਬੋ ਦੇਵੀਂ। ਇੰਨੇ ਨੂੰ ਜੱਸੀ ਚਾਹ ਲੈ ਕੇ ਰੌਲਾ ਪਾਉਂਦੀ ਹੋਈ ਆ ਗਈ, ਚਾਹ ਪੀ ਲੋ ਬਈ, ਚਾਹ ਪੀ ਲੋ। ਉਹਨਾਂ ਨੂੰ ਚਾਹ ਪੀਂਦਿਆਂ 3:30 ਵੱਜ ਗਏ ਸਨ ਤੇ ਹੁਣ ਜੱਸੀ ਨੂੰ ਘਬਰਾਹਟ ਜੀ ਹੋਣ ਲੱਗੀ ਸੀ, ਕਿਉਂਕਿ ਉਸਦੇ ਮੰਮੀ ਡੈਡੀ ਦੇ ਆਉਣ ਦਾ ਸਮਾਂ ਹੋ ਗਿਆ ਸੀ। ਜੱਸੀ ਨੇ ਕਿਹਾ, ਮਨਿੰਦਰ ਹੁਣ ਤੂੰ ਜਲਦੀ ਨਾਲ ਚਲਾ ਜਾ, ਮੰਮੀ ਹੋਰੀ ਆਉਣ ਵਾਲੇ ਆ ਨਾ। ਜੱਸੀ ਨੇ ਹੌਲੀ ਜੀ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਦੇਖਿਆ ਕਿ ਗਲੀ ਵਿੱਚ ਕੋਈ ਨਹੀਂ ਸੀ। ਲਾਲੀ ਤੇ ਮਨਿੰਦਰ ਡਰਾਇੰਗ ਰੂਮ ਵਿੱਚ ਇੱਕ ਦੂਜੇ ਨੂੰ ਜੱਫੀ ਪਾ ਕੇ ਖੜੇ ਸਨ। ਜੱਸੀ ਨੇ ਹੌਲੀ ਜੀ ਆਵਾਜ਼ ਮਾਰੀ ਕਿ ਜਲਦੀ ਆ ਜਾਓ, ਬਾਹਰ ਕੋਈ ਨਹੀਂ ਹੈ। ਮਨਿੰਦਰ ਦਾ ਲਾਲੀ ਨਾਲੋਂ ਵਿਛੜਨ ਨੂੰ ਦਿਲ ਨਹੀਂ ਸੀ ਕਰਦਾ, ਪਰ ਜਾਣ ਦੀ ਮਜਬੂਰੀ ਸੀ। ਮਨਿੰਦਰ ਦੇ ਜਾਣ ਵੇਲੇ ਲਾਲੀ ਦਾ ਦਿਲ ਕਾਹਲਾ ਪੈ ਰਿਹਾ ਸੀ ਤੇ ਡੁੱਬੂ ਡੁੱਬੂ ਕਰਦਾ ਸੀ। ਉਹਨਾਂ ਦਾ ਇੱਕ ਦੂਜੇ ਨਾਲੋਂ ਅਲੱਗ ਹੋਣ ਨੂੰ ਦਿਲ ਹੀ ਨਹੀਂ ਕਰਦਾ ਸੀ। ਜੱਸੀ ਕਾਹਲੀ ਪਈ ਜਾਂਦੀ ਸੀ। ਉਸਨੇ ਕਿਹਾ, ਆ ਜਾਓ ਹੁਣ, ਬਾਕੀ ਕੱਲ ਨੂੰ ਮਿਲ ਲਿਓ। ਲਾਲੀ ਨੇ ਕਿਹਾ, ਰੁਕ ਜਾ ਹੁਣ ਅੜੀਏ, ਕੱਲ ਨੂੰ ਕਿਹਨੇ ਮਿਲਣ ਦੇਣਾ, ਥੋੜਾ ਜਿਹਾ ਅੱਜ ਹੀ ਮਿਲ ਲੈਂਦੇ ਆ। ਇਹ ਕਹਿ ਕੇ ਲਾਲੀ ਹੱਸ ਪਈ ਸੀ ਤੇ ਇੰਨੇ ਨੂੰ ਜੱਸੀ ਨੇ ਆ ਕੇ ਮਨਿੰਦਰ ਦਾ ਹੱਥ ਫੜ ਲਿਆ ਤੇ ਖਿੱਚ ਕੇ ਦਰਵਾਜ਼ੇ ਤੱਕ ਲੈ ਗਈ। ਲਾਲੀ ਨੂੰ ਤਾਂ ਅੱਜ ਮਸਤੀ ਜੀ ਚੜੀ ਹੋਈ ਸੀ। ਉਸਨੇ ਕਿਹਾ, ਜੱਸੀ ਅੜੀਏ ਐਂ ਕਿਉਂ ਕਰਦੀ ਏ, ਇੱਕ ਵਾਰੀ ਥੋੜਾ ਜਿਹਾ ਹੋਰ ਮਿਲ ਲੈਣ ਦੇ। ਜੱਸੀ ਨੇ ਅੱਕੀ ਹੋਈ ਨੇ ਕਿਹਾ, ਲੈ ਫੜ ਮਿਲ ਲਾ, ਕੱਢ ਲੈ ਜਿਹੜੇ ਅੰਬ ਕੱਢਣੇ ਆ ਇਹਦੇ ਵਿੱਚੋਂ। ਇਹ ਸੁਣ ਕੇ ਲਾਲੀ ਤੇ ਮਨਿੰਦਰ ਬਹੁਤ ਹੱਸੇ ਸੀ ਅਤੇ ਲਾਲੀ ਨੇ ਮਨਿੰਦਰ ਨੂੰ ਇੱਕ ਵਾਰ ਫੇਰ ਘੁੱਟ ਕੇ ਜੱਫੀ ਪਾ ਲਈ ਸੀ। ਦਿਲ ਤਾਂ ਮਨਿੰਦਰ ਦਾ ਵੀ ਲਾਲੀ ਨਾਲੋਂ ਵਿਛੜਨ ਨੂੰ ਨਹੀਂ ਕਰਦਾ ਸੀ, ਪਰ ਇਸ ਕਸਕ ਜਿਹੀ ਵਿੱਚ ਲਾਲੀ ਤੇ ਜੱਸੀ ਦੀਆਂ ਗੱਲਾਂ ਨੇ ਮਾਹੌਲ ਨੂੰ ਖੁਸ਼ਗਵਾਰ ਕਰ ਦਿੱਤਾ ਸੀ। ਜੱਸੀ ਨੇ ਬਾਹਰ ਦੇਖ ਕੇ ਮਨਿੰਦਰ ਨੂੰ ਸੜਕ ਉੱਤੇ ਆਉਣ ਦਾ ਇਸ਼ਾਰਾ ਕੀਤਾ ਅਤੇ ਮਨਿੰਦਰ ਲਾਲੀ ਦੀ ਗੱਲ ਉੱਤੇ ਹਲਕੀ ਜਿਹੀ ਥਪਕੀ ਮਾਰ ਕੇ ਸੜਕ ਉੱਤੇ ਆ ਗਿਆ ਅਤੇ ਬਾਏ ਬਾਏ ਕਰਕੇ ਰਾਹ ਪੈ ਗਿਆ। ਉਸਨੇ ਡਿਲਾਈਟ ਸਿਨੇਮੇ ਦੇ ਪਿਛਲੇ ਦਰਵਾਜ਼ੇ ਰਾਹੀਂ ਸਿਨੇਮੇ ਵਿੱਚ ਦੀ ਹੋ ਕੇ ਵੱਡੀ ਸੜਕ ਉੱਤੇ ਆ ਕੇ ਪੰਜਾਬ ਵਾਲੇ ਬੱਸ ਅੱਡੇ ਉੱਤੇ ਜਾਣ ਵਾਸਤੇ ਰਿਕਸ਼ਾ ਲੈ ਲਿਆ ਸੀ। ਪੰਜ ਵੱਜ ਗਏ ਸੀ, ਪਰ ਜੱਸੀ ਦੇ ਮੰਮੀ ਡੈਡੀ ਹਾਲੀ ਤੱਕ ਨਹੀਂ ਆਏ ਸੀ। ਲਾਲੀ ਨੇ ਜੱਸੀ ਨੂੰ ਛੇੜਨ ਵਾਸਤੇ ਕਿੰਨੀ ਵਾਰੀ ਹੀ ਕਹਿ ਦਿੱਤਾ ਸੀ, ਲੈ ਤੂੰ ਐਵੇਂ ਹੀ ਕਾਹਲੀ ਪਈ ਸੀ, ਆਂਟੀ ਹੋਰੀ ਤਾਂ ਹਾਲੇ ਨਹੀਂ ਆਏ, ਸਾਨੂੰ ਚੰਗੀ ਤਰ੍ਹਾਂ ਤਾਂ ਮਿਲਣ ਵੀ ਨਹੀਂ ਦਿੱਤਾ ਤੂੰ। ਜੱਸੀ ਨੇ ਕਿਹਾ, ਉਹ ਪਹਿਲਾਂ ਵੀ ਤਾਂ ਆ ਸਕਦੇ ਸੀ ਨਾ, ਜੇ ਲੇਟ ਹੋ ਗਏ ਤਾਂ ਕੋਈ ਗੱਲ ਹੋਣੀ ਆ। ਸਰਦੀਆਂ ਦੇ ਦਿਨ ਸਨ, ਸੂਰਜ 5:30 ਵਜੇ ਜਾਂ 5:45 ਵਜੇ ਦੇ ਕਰੀਬ ਛਿਪ ਜਾਂਦਾ ਹੈ, ਪਰ ਧੁੰਦ ਪੈਣ ਕਰਕੇ ਅੱਜ ਬੱਸਾਂ ਹੌਲੀ ਹੌਲੀ ਚੱਲਦੀਆਂ ਸਨ। ਨਾਲੇ ਉਹਨਾਂ ਦਿਨਾਂ ਵਿੱਚ ਇੰਨੀਆਂ ਬੱਸਾਂ ਨਹੀਂ ਚੱਲਦੀਆਂ ਹੁੰਦੀਆਂ ਸੀ, ਬਹੁਤ ਘੱਟ ਟਾਈਮ ਹੁੰਦੇ ਸੀ ਬੱਸਾਂ ਦੇ।
5:30 ਜੱਸੀ ਦੇ ਮੰਮੀ ਡੈਡੀ ਆ ਗਏ ਸਨ। ਲੇਟ ਹੋਏ ਜਾਣ ਕੇ ਜੱਸੀ ਦੇ ਡੈਡੀ ਨੇ ਚਾਹ ਵੀ ਨਹੀਂ ਪੀਤੀ ਅਤੇ ਹਨੇਰਾ ਹੋਣ ਦੇ ਡਰ ਤੋਂ ਜੱਸੀ ਤੇ ਲਾਲੀ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਲਾਲੀ ਨੂੰ ਉਸਦੇ ਘਰ ਛੱਡ ਆਂਦਾ। ਅੱਜ ਲਾਲੀ ਨੂੰ ਖੁਸ਼ੀ ਵਿੱਚ ਨੀਂਦ ਨਹੀਂ ਆ ਰਹੀ ਸੀ। ਅੱਜ ਉਹ ਆਪਣੇ ਉਸ ਪਿਆਰੇ ਨੂੰ ਬਹੁਤ ਨੇੜੇ ਤੋਂ ਦੇਖ ਕੇ ਆਈ ਸੀ ਅਤੇ ਉਸ ਦੀ ਛਾਤੀ ਉੱਤੇ ਸਿਰ ਰੱਖ ਕੇ ਸਵਰਗਾਂ ਦੇ ਝੂਟੇ ਵੀ ਲੈ ਕੇ ਆਈ ਸੀ। ਜਿਸ ਨੂੰ ਆਪਣਾ ਬਣਾਉਣ ਵਾਸਤੇ ਇਕੱਲੀ ਨੇ ਹੀ ਦੁੱਖ ਝੱਲੇ ਸਨ ਤੇ ਰਾਤਾਂ ਨੂੰ ਸਿਰਹਾਣੇ ਵਿੱਚ ਮੂੰਹ ਦੇ ਦੇ ਕੇ ਰੋਂਦੀ ਰਹੀ ਸੀ, ਅੱਜ ਉਸ ਪਿਆਰੇ ਦੀ ਛਾਤੀ ਤੇ ਸਿਰ ਰੱਖ ਕੇ ਪਿਆਰ ਦੀ ਚੋਲ ਮੋਲ ਕਰਕੇ ਆਈ ਸੀ। ਮਨਿੰਦਰ ਕੋਲੋਂ ਆਪਣੇ ਢਿੱਡ ਵਿੱਚ ਮੁੱਕੀਆਂ ਖਾ ਕੇ ਤੇ ਕਾਲੀ ਕੋਇਲ ਵਾਂਗ ਬਿਰਹੋਂ ਵਿੱਚ ਸੜ ਕੇ ਅੱਜ ਉਸਨੇ ਮਨਿੰਦਰ ਨੂੰ ਆਪਣਾ ਬਣਾ ਹੀ ਲਿਆ ਸੀ। ਗੁਰਬਾਣੀ ਦਾ ਵਾਕ ਹੈ, ਕਬੀਰ ਜੀ ਕਹਿੰਦੇ, ਕਬੀਰ ਚੱਕਈ ਜੋ ਨਿਸ ਵਿਛਰੈ ਆਏ ਮਿਲੇ ਪ੍ਰਭਾਤ। ਮਤਲਬ ਜਿਵੇਂ ਚੱਕਵੀ ਰਾਤ ਨੂੰ ਆਪਣੇ ਪਿਆਰੇ ਚੱਕਵੇ ਕੋਲੋਂ ਵਿਛੜ ਜਾਂਦੀ ਹੈ ਤੇ ਸਵੇਰ ਹੁੰਦਿਆਂ ਹੀ ਉਹ ਆਪਣੇ ਪਿਆਰੇ ਨੂੰ ਫੇਰ ਆਣ ਮਿਲਦੀ ਹੈ, ਉਵੇਂ ਰਾਤ ਲਾਲੀ ਤੇ ਮਨਿੰਦਰ ਨੇ ਦੇ ਮਿਲਾਪ ਵਿੱਚ ਰੁਕਾਵਟ ਬਣ ਜਾਂਦੀ ਸੀ। ਉਸੇ ਤਰ੍ਹਾਂ ਚੱਕਵੀ ਤੇ ਚੱਕਵੇ ਵਾਂਗੂ ਜੋ ਰਾਤ ਲਾਲੀ ਤੇ ਮਨਿੰਦਰ ਦੇ ਮਿਲਾਪ ਵਿੱਚ ਰੁਕਾਵਟ ਬਣ ਜਾਂਦੀ ਸੀ ਅਤੇ ਉਹ ਦਿਨ ਨੂੰ ਫੇਰ ਮਿਲ ਲੈਂਦੇ ਸਨ। ਹੁਣ ਉਹ ਹਰ ਵੇਲੇ ਖੁਸ਼ ਰਹਿੰਦੇ ਸਨ। ਉਹਨਾਂ ਨੂੰ ਕੁਝ ਦਿਨਾਂ ਬਾਅਦ ਹੋਣ ਵਾਲਾ ਵਿਛੋੜਾ ਤੰਗ ਨਹੀਂ ਕਰਦਾ ਸੀ। ਹੁਣ ਉਹਨਾਂ ਦੇ ਪੇਪਰਾਂ ਵਾਲੇ ਦਿਨ ਤੀਆਂ ਦੇ ਦਿਨਾਂ ਵਾਂਗ ਲੰਘ ਰਹੇ ਸਨ। ਅੱਜ ਉਹਨਾਂ ਦਾ ਆਖਰੀ ਪੇਪਰ ਸੀ ਤੇ ਅੱਜ ਉਹਨਾਂ ਦਾ ਸ਼ਾਇਦ ਆਖਰੀ ਮਿਲਣ ਵੀ ਸੀ। ਪੇਪਰ ਖਤਮ ਹੋਣ ਤੋਂ ਬਾਅਦ ਸਕੂਲ ਵੱਲੋਂ 5ਵੀਂ ਕਲਾਸ ਦੇ ਬੱਚਿਆਂ ਦੀ ਇੱਕ ਗਰੁੱਪ ਫੋਟੋ ਹੋਈ ਅਤੇ ਬਾਅਦ ਵਿੱਚ ਲਾਲੀ, ਮਨਿੰਦਰ ਤੇ ਜੱਸੀ ਨੇ ਫੋਟੋ ਵਾਲੇ ਨੂੰ ਕਹਿ ਕੇ ਤਿੰਨਾਂ ਜਣਿਆਂ ਨੇ ਨਿਸ਼ਾਨ ਸਾਹਿਬ ਕੋਲ ਖੜ ਕੇ ਇੱਕ ਫੋਟੋ ਖਿਚਵਾਈ ਸੀ। ਗਰੁੱਪ ਫੋਟੋ ਤੋਂ ਬਾਅਦ ਲਾਲੀ, ਮਨਿੰਦਰ ਤੇ ਜੱਸੀ ਨੇ ਫੋਟੋ ਵਾਲੇ ਨੂੰ ਕਹਿ ਕੇ ਸਕੂਲ ਵਿੱਚ ਪੈਂਦੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਕੋਲੇ ਖੜ ਕੇ ਇੱਕ ਫੋਟੋ ਖਿਚਵਾਈ ਸੀ। ਫੋਟੋ ਖਿੱਚਣ ਵਾਲਾ ਬੰਦਾ ਜਾਣ ਪਹਿਚਾਣ ਵਾਲਾ ਸੀ। ਉਸ ਦੀ ਦੁਕਾਨ ਗੁਰਦੁਆਰੇ ਦੇ ਗੇਟ ਦੇ ਨਾਲ ਹੀ ਸੀ। ਉਸ ਦੀ ਦੁਕਾਨ ਦਾ ਨਾਮ ਲਾਭ ਫੋਟੋ ਸਟੂਡੀਓ ਸੀ ਤੇ ਉਹ ਬੰਦੇ ਦਾ ਨਾਮ ਵੀ ਲਾਭ ਸਿੰਘ ਹੀ ਸੀ। ਉਹ ਬਹੁਤ ਚੰਗਾ ਬੰਦਾ ਸੀ ਅਤੇ ਇੱਕ ਕੇਸਾਧਾਰੀ ਸਰਦਾਰ ਸੀ। ਲਾਲੀ ਹੋਰਾਂ ਨੇ ਉਸ ਨੂੰ 3 ਕਾਪੀਆਂ ਕਰਨ ਨੂੰ ਆਖਿਆ। ਲਾਲੀ ਨੇ 2 ਰੁਪਏ ਲਾਭ ਸਿੰਘ ਨੂੰ ਦਿੱਤੇ ਤੇ ਬਾਕੀ 6 ਰੁਪਏ ਦੇ ਕੇ ਜੱਸੀ ਫੋਟੋਆਂ ਲੈ ਜਾਏਗੀ। ਇਹ ਸਲਾਹ ਉਹਨਾਂ ਤਿੰਨਾਂ ਨੇ ਕੀਤੀ। ਬਾਅਦ ਵਿੱਚ ਉਹ ਦਰਬਾਰ ਸਾਹਿਬ ਵਿੱਚ ਇਕੱਠੇ ਹੋਏ ਸਨ। ਫੋਟੋ ਖਿਚਾਉਣ ਤੋਂ ਬਾਅਦ ਫਿਰ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਅਤੇ ਜੱਸੀ ਵੀ ਉਹਨਾਂ ਦੇ ਨਾਲ ਸੀ। ਅੱਜ ਲਾਲੀ ਦਾ ਮੂੰਹ ਉਤਰਿਆ ਜਿਹਾ ਸੀ। ਗੁਰਦੁਆਰੇ ਅੰਦਰ ਮਨਿੰਦਰ ਦੇ ਇੱਕ ਪਾਸੇ ਲਾਲੀ ਬੈਠੀ ਸੀ ਅਤੇ ਇੱਕ ਪਾਸੇ ਜੱਸੀ ਬੈਠੀ ਸੀ। ਲਾਲੀ ਨੇ ਮਨਿੰਦਰ ਦਾ ਹੱਥ ਫੜਿਆ ਹੋਇਆ ਸੀ। ਮਨਿੰਦਰ ਨੇ ਕਿਹਾ, ਲਾਲੀ ਤੂੰ ਇੱਥੇ ਆਪਣੇ ਨਾਨਕੇ ਆਵੇਂ, ਜਦੋਂ ਤੂੰ ਇੱਥੇ ਆਪਣੇ ਨਾਨਕੇ ਘਰ ਆਵੇਂ ਤਾਂ ਜੱਸੀ ਨੂੰ ਦੱਸ ਦਿਆ ਕਰੀ ਤੇ ਜੱਸੀ ਮੈਨੂੰ ਦੱਸ ਦਿਆ ਕਰੇਗੀ। ਮੈਂ ਤੇ ਜੱਸੀ ਤਾਂ ਹਾਲੀ ਇਸੇ ਸਕੂਲ ਵਿੱਚ ਹੀ ਪੜ੍ਹਾਂਗੇ। ਜੱਸੀ ਦੇ ਘਰੇ ਫੋਨ ਹੈਗਾ, ਤੂੰ ਇਸ ਨੂੰ ਫੋਨ ਕਰ ਦਿਆ ਕਰੀ। ਲਾਲੀ ਨੇ ਹਾਂ ਵਿੱਚ ਸਿਰ ਹਿਲਾਇਆ ਸੀ ਅਤੇ ਮਨਿੰਦਰ ਨੂੰ ਕਿਹਾ ਸੀ ਕਿ ਉਹ ਆਪਣਾ ਖਿਆਲ ਰੱਖੇ ਅਤੇ ਕਿਸੇ ਨਾਲ ਲੜਿਆ ਨਾ ਕਰੇ। ਫਿਰ ਉਹ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਬਾਹਰ ਆ ਗਏ ਸਨ ਅਤੇ
ਆਪੋ ਆਪਣੇ ਰਿਕਸ਼ਿਆਂ ਉੱਤੇ ਬੈਠ ਕੇ ਆਪੋ ਆਪਣੇ ਰਾਹ ਹੀ ਪੈ ਗਏ ਸਨ। ਪੰਜਾਬੀ ਦੇ ਮਹਾਨ ਕਵੀ ਪਾਲ ਸਿੰਘ ਪੰਛੀ ਨੇ ਬਹੁਤ ਸੋਹਣਾ ਲਿਖਿਆ। ਪੰਜਾਬੀ ਦੇ ਮਹਾਨ ਕਵੀ ਪਾਲ ਸਿੰਘ ਪੰਛੀ ਨੇ ਬਹੁਤ ਸੋਹਣਾ ਲਿਖਿਆ। ਹੰਸ ਮਮੋਲੇ ਤਿੱਤਰ ਤਿਲੀਅਰ, ਮੋਰਾਂ ਦੇ ਸੰਗ ਰਲੀਏ, ਫੇਰ ਮਿਲਣ ਦੀਆਂ ਆਸਾਂ ਲੈ ਕੇ ਚੱਲ ਪੰਛੀ ਉੱਡ ਚੱਲੀਏ। ਬਹੁਤ ਸੋਹਣੀਆਂ ਲੈਣਾ ਹਨ ਸਰਦਾਰ ਪਾਲ ਸਿੰਘ ਪੰਛੀ ਦੀਆਂ। ਹੰਸ ਮਮੋਲੇ ਤਿੱਤਰ ਤਿਲੀਅਰ, ਮੋਰਾਂ ਦੇ ਸੰਗ ਰਲੀਏ, ਫੇਰ ਮਿਲਣ ਦੀਆਂ ਆਸਾਂ ਲੈ ਕੇ ਚੱਲ ਪੰਛੀ ਉੱਡ ਚੱਲੀਏ। ਲਾਲੀ ਆਪਣੇ ਰਿਕਸ਼ੇ ਉੱਤੇ ਬੈਠੀ ਅਤੇ ਪਿੱਛੇ ਮੁੜ ਮੁੜ ਕੇ ਮਨਿੰਦਰ ਦੇ ਰਿਕਸ਼ੇ ਨੂੰ ਉਦੋਂ ਤੱਕ ਦੇਖਦੀ ਰਹੀ ਜਦੋਂ ਤੱਕ ਉਸ ਦਾ ਰਿਕਸ਼ਾ ਬੈਂਕ ਵਾਲੀ ਕੰਧ ਦੇ ਓਹਲੇ ਨਹੀਂ ਹੋਇਆ ਸੀ। ਅੱਜ ਉਹ ਆਪਣਾ ਕਲਬੂਤ ਤਾਂ ਘਰ ਲੈ ਆਈ ਸੀ, ਪਰ ਆਪਣੀ ਜਿੰਦ ਜਾਨ ਮਨਿੰਦਰ ਕੋਲ ਛੱਡ ਆਈ ਸੀ। ਅੱਜ ਉਹ ਚੁੱਪ ਸੀ। ਮਾਮੀਆਂ ਨੇ ਸੋਚਿਆ ਸਹੇਲੀਆਂ ਤੋਂ ਵਿਛੜ ਕੇ ਆਈ ਹੈ ਤਾਂ ਚੁੱਪ ਹੋਣੀ ਹੈ। ਉਹ ਰਾਤ ਦਾ ਖਾਣਾ ਖਾ ਕੇ ਜਲਦੀ ਹੀ ਸੌਂ ਗਈ ਸੀ। ਸਵੇਰ ਹੁੰਦਿਆਂ ਹੀ ਉਸਨੇ ਆਪਣਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਸ਼ਾਮ ਨੂੰ ਉਸਦੇ ਪਾਪਾ ਨੇ ਆਉਣਾ ਸੀ ਉਸ ਨੂੰ ਲੈਣ ਵਾਸਤੇ। ਦੁਪਹਿਰਾਂ ਵੇਲੇ ਉਸਦੀ ਛੋਟੀ ਮਾਮੀ ਉਸ ਨੂੰ ਬਾਜ਼ਾਰ ਲੈ ਗਈ ਸੀ ਅਤੇ ਸੋਹਣੇ ਸੋਹਣੇ ਪੰਜਾਬੀ ਸੂਟ ਲੈ ਕੇ ਦਿੱਤੇ ਸਨ। ਲਾਲੀ ਜਦੋਂ ਤੋਂ ਆਈ ਸੀ ਬਸ ਸਕਾਰਟ ਪੈਂਟ ਤੇ ਸ਼ਰਟ ਪਾ ਕੇ ਸਕੂਲ ਜਾਂਦੀ ਸੀ ਤੇ ਘਰੇ ਨਾਈਟ ਸੂਟ ਪਾਇਆ ਹੁੰਦਾ ਸੀ। ਪੰਜਾਬੀ ਸੂਟ ਵਿੱਚ ਉਸਦੀਆਂ ਮਾਮੀਆਂ ਨੇ ਲਾਲੀ ਨੂੰ ਬਹੁਤ ਘੱਟ ਦੇਖਿਆ ਸੀ ਅਤੇ ਵਿਚਾਰੀ ਨੂੰ ਮੌਕਾ ਵੀ ਘੱਟ ਹੀ ਮਿਲਦਾ ਸੀ ਪੰਜਾਬੀ ਸੂਟ ਪਾਉਣ ਦਾ। ਹੁਣ ਤਾਂ ਲਾਲੀ ਜਵਾਨ ਹੋ ਗਈ ਸੀ। ਪੰਜਾਬੀ ਸੂਟ ਉਸਦੇ ਉੱਤੇ ਬਹੁਤ ਜੱਚਦੇ ਸਨ। ਗੁੰਦਵੇਂ ਤੇ ਸੋਹਣੇ ਸਰੀਰ ਉੱਤੇ ਸੂਟਾਂ ਦੀ ਫਿਟਿੰਗ ਵੀ ਵਧੀਆ ਆਉਂਦੀ ਸੀ। ਸ਼ਾਮ ਨੂੰ ਲਾਲੀ ਦੇ ਪਾਪਾ ਵੀ ਫੀਟ ਕਾਰ ਲੈ ਕੇ ਆ ਗਏ ਸੀ। ਲਾਲੀ ਦੇ ਜਾਣ ਦੀ ਤਿਆਰੀ ਤਾਂ ਪਹਿਲਾਂ ਹੀ ਹੋਈ ਪਈ ਸੀ। ਸਰਦਾਰ ਅਜੈਬ ਸਿੰਘ ਨੇ ਬਿਸਕੁਟਾਂ ਨਾਲ ਚਾਹ ਪੀਤੀ ਤੇ ਜਾਣ ਵਾਸਤੇ ਤਿਆਰ ਹੋ ਬੈਠਾ। ਉਸਦੇ ਸਾਲੇ ਤੇ ਸਾਲੇਹਾਰਾਂ ਵਾਰ-ਵਾਰ ਕਹਿ ਰਹੀਆਂ ਸਨ, ਬਾਈ ਜੀ ਰੁਕ ਜਾਓ, ਕੱਲ ਨੂੰ ਚਲੇ ਜਾਇਓ। ਅਜੈਬ ਸਿੰਘ ਨੇ ਕਿਹਾ, ਨਹੀਂ ਭਾਈ ਜਾਣ ਦਿਓ, ਹੁਣ ਫਿਰ ਅਸੀਂ ਸਾਰੇ ਜਣੇ ਆਵਾਂਗੇ ਤੇ ਰਾਤ ਲਾ ਕੇ ਜਾਵਾਂਗੇ। ਨੌਕਰ ਨੇ ਲਾਲੀ ਦਾ ਸਾਰਾ ਸਮਾਨ ਕਾਰ ਦੀ ਡਿੱਕੀ ਵਿੱਚ ਰੱਖ ਦਿੱਤਾ ਸੀ ਤੇ ਡੱਬ ਵਾਲੀ ਦੇ ਗੋਲ ਬਾਜ਼ਾਰ ਦੀ ਮਸ਼ਹੂਰ ਮਠਿਆਈ ਦੇ ਡੱਬੇ ਤੇ ਘਰ ਦੀਆਂ ਬਣੀਆਂ ਹੋਈਆਂ ਖੋਏ ਦੀਆਂ ਪਿੰਨੀਆਂ ਦਾ ਡੱਬਾ ਕਾਰ ਦੀ ਪਿਛਲੀ ਸੀਟ ਉੱਤੇ ਰੱਖ ਦਿੱਤਾ ਸੀ। ਲਾਲੀ ਆਪਣੇ ਪਾਪਾ ਨਾਲ ਅਗਲੀ ਸੀਟ ਉੱਤੇ ਬੈਠ ਗਈ ਸੀ। ਜਦੋਂ ਕਾਰ ਘਰ ਤੋਂ ਬਾਹਰ ਨਿਕਲੀ ਤੇ ਵੱਡੀ ਸੜਕ ਉੱਤੇ ਚੜ੍ਹ ਗਈ ਤਾਂ ਲਾਲੀ ਦੇ ਦਿਲ ਨੂੰ ਹੌਲ ਜਿਹੇ ਪੈਣ ਲੱਗ ਗਏ ਸਨ। ਉਸਨੇ ਇੱਕ ਠੰਡਾ ਜਿਹਾ ਸਾਹ ਲਿਆ ਤੇ ਸੋਚਿਆ, ਪਤਾ ਨਹੀਂ ਹੁਣ ਮਨਿੰਦਰ ਨਾਲ ਕਦੋਂ ਮੇਲ ਹੋਵੇਗਾ। ਉਂਝ ਤਾਂ ਉਹ ਪਹਿਲਾਂ ਵੀ ਮਹੀਨੇ 15 ਦਿਨਾਂ ਬਾਅਦ ਘਰ ਜਾਂਦੀ ਸੀ ਤੇ ਛੁੱਟੀਆਂ ਵਿੱਚ ਵੀ ਘਰ ਆਉਂਦੀ ਜਾਂਦੀ ਰਹਿੰਦੀ ਸੀ, ਪਰ ਪਤਾ ਨਹੀਂ ਕਿਉਂ ਅੱਜ ਉਸ ਨੂੰ ਲੱਗ ਰਿਹਾ ਸੀ ਕਿ ਅੱਜ ਇਹ ਸ਼ਹਿਰ ਹੀ ਨਹੀਂ ਉਸ ਕੋਲੋਂ ਛੁੱਟ ਰਿਹਾ, ਬਲਕਿ ਉਸਦੇ ਸਰੀਰ ਵਿੱਚੋਂ ਪ੍ਰਾਣ ਛੁੱਟ ਰਹੇ ਹਨ। ਅੱਜ ਉਸ ਦੀਆਂ ਛੁੱਟੀਆਂ ਕਈ ਸਾਲਾਂ ਵਾਸਤੇ ਲੰਬੀਆਂ ਹੋਣ ਲੱਗੀਆਂ ਸਨ। ਸੋ ਦੋਸਤੋ, ਇਹ ਸੀ ਮੇਰਾ ਲਿਖਿਆ ਹੋਇਆ ਪੰਜਾਬੀ ਨਾਵਲ ਤੇ ਅਸੀਂ ਮੇਰੇ ਲਿਖੇ ਪੰਜਾਬੀ ਨਾਵਲ ਨੂੰ ਸੁਣ ਰਹੇ ਹਾਂ। ਅੱਜ ਅਸੀਂ ਮੇਰੇ ਲਿਖੇ ਪੰਜਾਬੀ ਨਾਵਲ ਦਾ ਚੌਥਾ ਭਾਗ ਸੁਣਿਆ। ਇਸ ਤੋਂ ਅੱਗੇ ਅਸੀਂ 5ਵੇਂ ਭਾਗ ਦੇ ਵਿੱਚ ਅਗਲੀ ਕਹਾਣੀ ਸੁਣਾਂਗੇ। ਸਤਿ ਸ੍ਰੀ ਅਕਾਲ।